ਫਸਟ ਵੇ ਚੈਨਲ ਵੇਖਦੇ ਹੋਏ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਰਿਪੋਰਟਰ ਰਿੰਕੂ ਗਰਚਾ। ਅਸੀਂ ਅੱਜ ਦਰਾਹਾ ਦੇ ਵਿੱਚ ਸੰਤ ਬਾਬਾ ਨਰੈਣ ਸਿੰਘ ਜੀ ਸੰਗੀਤ ਅਕੈਡਮੀ ਦੇ ਵਿੱਚ ਸਥਿਤ ਹਾਂ, ਜਿੱਥੇ ਸਰਦਾਰ ਬਲਵੰਤ ਸਿੰਘ ਜੀ ਅਤੇ ਸਰਦਾਰ ਅਮਰਜੀਤ ਸਿੰਘ ਜੀ ਮੰਗਟ ਤੁਹਾਡੇ ਰੂਬਰੂ ਕਰਵਾਵਾਂਗੇ। ਸੋ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਇਸ ਅਕੈਡਮੀ ਦੇ ਰਿਲੇਟਡ ਔਰ ਇਸ ਸੰਗੀਤ ਦੀ ਕਲਾ ਦੇ ਰਿਲੇਟਡ ਕਿ ਉਹਨਾਂ ਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਹਾਸਲ ਹੋਈ ਔਰ ਇਹ ਜੋ ਅਕੈਡਮੀ ਚਲਾ ਰਹੇ ਨੇ ਸੋ ਇਹ ਕਦੋਂ ਤੋਂ ਚਲਾ ਰਹੇ ਨੇ। ਸੋ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਕੈਡਮੀ ਦੇ ਬਾਰੇ ਕੀ ਕਹਿਣਾ ਚਾਹੋਗੇ? ਪਹਿਲਾਂ ਵੀ ਤੁਸੀਂ ਇਹ ਅਕੈਡਮੀ ਜਿਹੜੀ ਤੁਸੀਂ ਸੰਤ ਬਾਬਾ ਨਰੈਣ ਸਿੰਘ ਜੀ ਦੇ ਨਾਂ 'ਤੇ ਹੈ ਨਾ ਖੋਲ੍ਹੀ, ਸੋ ਇਸ ਦੇ ਬਾਰੇ ਥੋੜ੍ਹੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓ। ਇਸ ਤਰ੍ਹਾਂ ਜੀ ਵੀ ਜਿਹੜੇ ਸੰਤ ਬਾਬਾ ਨਰੈਣ ਸਿੰਘ ਜੀ ਹੋਏ ਨੇ ਉਹ ਸਾਡੇ ਤਾਇਆ ਜੀ ਸਨ ਜੀ, ਅਤੇ ਉਹਨਾਂ ਨੇ ਸ਼ਾਦੀ ਨਹੀਂ ਸੀ ਕਰਾਈ, ਇਸ ਕਰਕੇ ਅਸੀਂ ਉਹਨਾਂ ਦੇ ਵਾਰਸਾਂ, ਸਾਨੂੰ ਉਹਨਾਂ ਦੀ ਜ਼ਮੀਨ ਜਾਇਦਾਦ ਵੀ ਮਿਲੀ ਹੈ। ਉਹ ਦਮਦਮਿਟ ਸਾਲ ਦੇ ਵਿੱਚ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਬੱਚਿਆਂ ਨੂੰ ਪਾਠ ਸਿਖਾਇਆ। ਬਹੁਤ ਉਹ ਲਧਾਈ ਕੇ ਪਿੰਡ ਦੇ ਵਿੱਚ ਰਹੇ ਨੇ ਅਤੇ ਫਿਰ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਉਹਨਾਂ ਦਾ। ਅਸੀਂ ਸੋਚਿਆ ਵੀ ਕਿਉਂ ਨਾ ਵੀ ਉਹਨਾਂ ਨੇ ਸਾਰੀ ਜ਼ਿੰਦਗੀ ਇਸ ਕੰਮ ਲਈ ਲਾਈ ਹੈ ਵੀ ਅਸੀਂ ਵੀ ਕੁਛ ਕਰ ਲਈਏ। ਸਾਨੂੰ ਸੰਗੀਤ ਦੀ ਕੁਛ ਨੌਲੇਜ ਸੀ ਸਾਡੀ ਬਚਪਨ ਤੋਂ ਹੀ, ਅਤੇ ਉਹਦੇ ਕਰਕੇ ਫਿਰ ਅਸੀਂ ਬਾਬਾ ਜੀ ਦੇ ਨਾਂ 'ਤੇ, ਤਾਇਆ ਜੀ ਦੇ ਨਾਂ 'ਤੇ ਆਪਣਿਆਂ ਦੇ ਅਸੀਂ ਇਹ ਸੰਗੀਤ ਅਕੈਡਮੀ ਕੋਈ 14-15 ਸਾਲ ਪਹਿਲਾਂ ਖੋਲ੍ਹੀ। ਸੋ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਕਿ ਬਚਪਨ ਦੇ ਵਿੱਚ ਸਾਨੂੰ ਸੰਗੀਤ ਕਲਾ ਦਾ ਜਿਹੜਾ ਕਿ ਮਤਲਬ ਥੋੜ੍ਹਾ ਜਿਹਾ ਸੀਗਾ ਕਿ ਮਤਲਬ ਇਹ ਸਿੱਖਣ ਦੀ ਮਤਲਬ ਚਾਹਨਾ ਸੀਗੀ। ਸੋ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਸਕਦੇ ਹੋ ਵੀ ਜਿਹੜੀ ਸੰਗੀਤ ਦੀ ਕਲਾ ਤੁਸੀਂ ਕਿੱਥੋਂ ਪ੍ਰਾਪਤ ਕੀਤੀ ਆ? ਜਿਹੜੀ ਕਵਿਤਾ ਦੀ ਸ਼ਾਇਰੋ ਸ਼ਾਇਰੀ, ਜਿਸ ਤਰ੍ਹਾਂ ਕਵਿਤਾ ਜੋੜਨੀ, ਅੱਗੇ ਪੁਰਾਣੇ ਸਮੇਂ 'ਚ ਕੀ ਸੀ ਵੀ ਜਿਹੜੀ ਕਵਿਤਾ ਲਿਖਦੀ ਸੀ, ਗੀਤ ਲਿਖਦੇ ਸੀ, ਉਹ ਬਾਕਾਇਦਾ ਉਹਦੀ ਇੱਕ ਕਿਤਾਬਾਂ ਹੁੰਦੀਆਂ ਸੀ ਜਿਹਨੂੰ ਪਿੰਗਲ ਕਹਿੰਦੇ ਨੇ। ਉਹ ਪੜ੍ਹਨਾ ਲਾਜ਼ਮੀ ਹੁੰਦਾ ਸੀ। ਤੁਕਬੰਦੀ ਕਿਵੇਂ ਬਣਾਉਣੀ ਹੈ, ਕਿਵੇਂ ਲਿਖਣੀ ਹੈ। ਜੋ ਵੀ ਕੋਈ ਗੀਤਕਾਰ ਸੀ ਜਾਂ ਜਿੰਨੇ ਵੀ ਗਾਉਂਦੇ ਸੀ ਉਹ ਆਪ ਹੀ ਲਿਖਦੇ ਸੀ, ਆਪ ਹੀ ਸਾਜ਼ ਵਜਾਉਂਦੇ ਸੀ, ਆਪ ਹੀ ਸਾਰਾ ਕੁਛ ਉਹਨਾਂ ਨੂੰ ਕਰਨਾ ਪੈਂਦਾ ਸੀ। ਹੁਣ ਯੁੱਗ ਹੋਰ ਆ, ਗਾਉਣ ਵਾਲਾ ਕੋਈ ਹੋਰ ਆ, ਗੀਤ ਲਿਖਣ ਵਾਲਾ ਕੋਈ ਆ, ਸਾਜ਼ ਵਜਾਉਣ ਵਾਲਾ ਕੋਈ ਹੋਰ ਆ, ਇਸ ਤਰ੍ਹਾਂ ਚੱਲਦਾ ਕੰਮ। ਅਤੇ ਉਹ ਸਾਡੇ ਉਸਤਾਦ ਸੀ ਪੰਡਤ ਨਾਰ ਸਿੰਘ ਜੋਸ਼ੀ। ਅਤੇ ਉਸ ਤੋਂ ਬਾਅਦ ਫਿਰ ਕੁਛ ਸੰਗੀਤ ਵਾਲੀ ਗੱਲ ਸ਼ੁਰੂ ਹੋਈ ਤਾਂ ਫਿਰ ਜਿਹੜੀ ਵਾਇਲਨ ਆ ਮੈਂ ਪੰਡਤ ਸੋਮਨਾਥ ਜੀ ਕੋਲੋਂ ਸਿੱਖੀ। ਹਾਂਜੀ। ਸੋ ਬਲਵੰਤ ਸਿੰਘ ਜੀ, ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹ ਵੀ ਇਹਨਾਂ ਦੇ ਨਾਲ ਜੋ ਅਕੈਡਮੀ ਚਲਾਉਣ ਦੇ ਵਿੱਚ ਜਿਹੜਾ ਕਿ ਉਹਨਾਂ ਦਾ ਵੀ ਸਹਿਯੋਗ ਆ ਪੂਰਨ ਰੂਪ ਦੇ ਵਿੱਚ। ਸੋ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ ਸਰ, ਤੁਸੀਂ ਕੀ ਕਹਿਣਾ ਚਾਹੋਗੇ ਇਸ ਅਕੈਡਮੀ ਦੇ ਬਾਰੇ ਕਿ ਤੁਸੀਂ ਜਿਸ ਤਰ੍ਹਾਂ ਕਿ ਸਰਦਾਰ ਨੇ ਸਾਹਿਬ ਨੇ ਕਿ ਹੁਣ ਪਹਿਲਾਂ ਦੱਸਿਆ ਕਿ ਜੋ ਸੰਗੀਤ ਦੀ ਕਲਾ ਜਿਹੜੀ ਉਹਨਾਂ ਨੇ ਸਿੱਖੀ ਆ, ਤੁਸੀਂ ਵੀ ਇਸ ਅਕੈਡਮੀ ਦੇ ਬਾਰੇ ਕੀ ਕਹਿਣਾ ਚਾਹੋ? ਭਾਈ ਸਾਹਿਬ ਨੇ ਦੱਸਿਆ ਹੈ ਵੀ ਅਸੀਂ ਸੰਗੀਤ ਅਕੈਡਮੀ 15 ਸਾਲ ਤੋਂ ਚਲਾ ਰਹੇ ਹਾਂ। ਇਹ ਠੀਕ ਹੈ। ਸਾਡੇ ਤਾਇਆ ਜੀ ਨੂੰ ਵੀ ਸੰਗੀਤ ਦੀ ਨੌਲੇਜ ਸੀ ਅਤੇ ਸਾਡੇ ਫਾਦਰ ਸਾਹਿਬ ਨੂੰ ਵੀ ਸੰਗੀਤ ਦੀ ਨੌਲੇਜ ਸੀਗੀ, ਅਤੇ ਇਸ ਕਰਕੇ ਸਾਨੂੰ ਤਾਂ ਬਚਪਨ ਤੋਂ ਗੁੜਤੀ, ਜਿਵੇਂ ਕਹਿੰਦੇ ਨੇ, ਉਸ ਦਾ ਸਾਨੂੰ ਸੰਗੀਤ ਪ੍ਰਾਪਤ ਹੋਇਆ। ਇੱਥੇ ਮੈਂ ਇੱਕ ਐਡ ਕਰਨਾ ਚਾਹੁੰਦਾ, ਜਦੋਂ ਸੰਗੀਤ ਅਸੀਂ ਸ਼ੁਰੂ ਕੀਤਾ ਤਾਂ 1958 ਦੇ ਕਰੀਬ ਸਾਡੀ ਸਿਸਟਰ ਦੀ ਮੈਰਿਜ ਹੋਈ ਸੀ। ਉਹ ਜਦੋਂ ਉਹਨਾਂ ਦੀ ਮੈਰਿਜ ਹੋਈ ਤਾਂ ਫਿਰ ਜਿਵੇਂ ਅਸੀਂ ਬਹੁਤ ਛੋਟੇ ਹੁੰਦੇ ਸੀਗੇ, ਕਿਉਂਕਿ ਮੇਰਾ 1948 ਦਾ ਬਰਥ ਹੈ, ਭਾਈ ਸਾਹਿਬ ਦਾ 1946 ਦਾ ਹੈ, ਅਤੇ ਇਸ ਵਕਤ ਅਸੀਂ 73-75 ਏਜ 'ਚ ਅਸੀਂ ਲੰਘ ਰਹੇ ਹਾਂ। ਅਤੇ ਉਦੋਂ ਅਸੀਂ ਬਹੁਤ ਛੋਟੇ ਸੀ, 10 ਸਾਲ ਦੇ, 12 ਸਾਲ ਦੇ ਹੋਣਗੇ। ਸਾਡੀ ਵੱਡੀ ਭੈਣ ਜਦੋਂ ਮੈਰਿਜ ਹੋਈ ਤਾਂ ਸਾਨੂੰ ਇੱਕ ਸਦਮੇ ਜਿਹੇ ਵਾਂਗੂ ਲੱਗਿਆ ਵੀ ਸਾਡੀ ਬਹੁਤ ਪਿਆਰ ਸੀ ਉਹਨਾਂ ਨਾਲ ਸਾਨੂੰ, ਅਤੇ ਉਹਨਾਂ ਨੇ ਫਿਰ ਸਾਨੂੰ ਜਿਵੇਂ ਬੱਚਿਆਂ ਨੂੰ ਵਰਾਉਣ ਦੀ ਖਾਤਰ ਉਹਨਾਂ ਨੇ ਸਾਨੂੰ ਬੈਂਜੋ ਲੈ ਕੇ ਦਿੱਤੀ। ਉਹ ਬੈਂਜੋ ਇਹੋ ਜਿਹੀ ਲੈ ਕੇ ਦਿੱਤੀ, ਸਾਡੀ ਸੰਗੀਤ ਨਾਲ ਸਾਡਾ ਪ੍ਰੇਮ ਪੈ ਗਿਆ। ਅਸੀਂ ਰੋਜ਼ ਉਹ ਬੈਂਜੋ ਵਜਾਉਣੀ। ਫਿਰ ਇਹਨਾਂ ਨੇ ਵਾਇਲਨ ਲੈ ਲਈ, ਜਿਵੇਂ ਇਹ ਦੱਸਦੇ ਨੇ ਸੋਮਨਾਥ ਜੀ ਕੋਲੋਂ ਇਹ ਸੰਗੀਤ 1964 ਵਗੈਰਾ 'ਚ ਇਹ ਸਿੱਖਦੇ ਰਹੇ ਨੇ, ਅਤੇ ਉੱਥੋਂ ਫਿਰ ਸਾਡਾ ਸੰਗੀਤ ਦਾ ਹੋ ਗਿਆ। ਹੁਣ ਤੱਕ ਸੰਗੀਤ ਅਸੀਂ ਮੇਰਾ ਖਿਆਲ 5-7 ਸਾਲ ਪਹਿਲਾਂ ਮੈਂ MA ਗੁਰਮਤਿ ਸੰਗੀਤ ਦੀ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ, ਅਤੇ ਉਹਦੇ ਵਿੱਚ ਮੈਂ ਗੋਲਡ ਮੈਡਲ ਜਿੱਤਿਆ ਹੈ, ਅਤੇ ਸਾਰਿਆਂ ਨਾਲ ਪਹਿਲੇ ਨੰਬਰ 'ਤੇ ਉਸ ਅੰਕ ਪ੍ਰਾਪਤ ਕੀਤੇ ਨੇ। ਅਤੇ ਸੰਗੀਤ ਨਾਲ ਅਸੀਂ ਜੁੜੇ ਹੋਏ। ਇਸ ਸੰਗੀਤ ਦੇ ਵਿੱਚ ਪਤਾ ਨਹੀਂ ਬੱਚੇ, ਸਾਨੂੰ ਤਾਂ ਗਿਣਤੀ ਕੋਈ ਯਾਦ ਨਹੀਂ ਹੈ ਵੀ ਕਿੰਨੇ ਕੁ ਬੱਚੇ ਆਏ ਨੇ, ਕਿੰਨੇ ਕਿੱਥੋਂ ਬੱਚੇ ਸੰਗੀਤ ਸਿੱਖ ਕੇ ਚਲੇ ਗਏ ਨੇ। ਅਸੀਂ ਸੰਗੀਤ ਦੀ ਜੋ ਸੰਗੀਤ ਵਿੱਚ ਹੁੰਦਾ ਹੈ ਵੀ ਇਹ ਸੁਰ ਹੈ, ਸਾਰੇ ਗਾਵਾਂ ਪਾਦਾ ਕਿੰਨੀਆਂ ਸੁਰਾਂ ਹੁੰਦੀਆਂ ਨੇ, ਕਿੰਨੀਆਂ ਸਪਤਕ ਹੁੰਦੀਆਂ ਨੇ, ਕਿੰਨੇ ਥਾਟ ਹੁੰਦੇ ਨੇ, ਇਹ ਅਸੀਂ ਸਾਰੇ ਬੱਚਿਆਂ ਨੂੰ ਦੱਸਦੇ ਹਾਂ। ਬੇਸਿਕ ਨੌਲੇਜ ਤੋਂ ਲੈ ਕੇ ਹਰੇਕ ਰਾਗ ਦੀ, ਮਤਲਬ ਅਸੀਂ ਜਿਹੜੇ ਆਮ ਪ੍ਰਚਲਿਤ ਰਾਗ ਨੇ ਹਰੇਕ ਰਾਗ ਦੀ ਅਸੀਂ ਜਾਣਕਾਰੀ ਦਿੰਦੇ ਹਾਂ। ਮੈਂ ਹਾਰਮੋਨੀਅਮ ਪਲੇ ਕਰਦਾ, ਬਾਕੀ ਸਾਜ਼ਾਂ ਬਾਰੇ ਵੀ ਮੈਨੂੰ ਜਾਣਕਾਰੀ ਹੈ। ਦਿਨ ਰਵਾ ਮੈਂ ਵਜਾ ਲੈਂਦਾ, ਭਾਈ ਸਾਹਿਬ ਵਾਇਲਨ ਵਜਾਉਂਦੇ ਨੇ,
ਤੇ ਇਸ ਤਰ੍ਹਾਂ ਕਰਕੇ ਚੱਲ ਰਿਹਾ ਜੀ ਕੰਮ। ਮਤਲਬ ਤੁਸੀਂ ਬਚਪਨ ਤੋਂ ਹੀ ਜਿਹੜਾ ਕਿ ਇੱਕ ਜੱਦੀ ਆਪਾਂ ਕਹਿ ਸਕਦੇ ਹਾਂ ਕਿ ਜੱਦੀ ਪਰਿਵਾਰ ਵਿੱਚੋਂ ਜਾਣੀ ਕਿ ਸਿੱਖਣ ਨੂੰ ਸਾਨੂੰ ਮਿਲਿਆ ਕਿ ਤੁਸੀਂ ਹੈ ਨਾ, ਸੋ ਜਿਹੜਾ ਤੁਹਾਡਾ ਇਹ ਰੁਝਾਨ ਬਣਿਆ ਕਿ ਤੁਸੀਂ ਜਿਹੜੇ ਉਦੋਂ ਤੁਸੀਂ ਸੰਗੀਤ ਦੀ ਕਲਾ ਨੂੰ ਜਿਹੜਾ ਤੁਸੀਂ ਹਾਸਲ ਕੀਤਾ ਵਾ। ਸੋ ਅਸੀਂ ਅੱਜ ਦੀ ਅਗਰ ਦੇਖਿਆ ਜਾਵੇ ਕਿ ਅੱਜ ਦਾ ਜੋ ਸੱਭਿਆਚਾਰ ਹੈ ਔਰ ਜੋ ਪੁਰਾਣਾ ਸੱਭਿਆਚਾਰ ਸੀ, ਜਦੋਂ ਕਿ ਮਤਲਬ ਇਸ ਚੀਜ਼ ਨੂੰ ਸ਼ੁਰੂ ਕਰਨਾ ਸੀ, ਯਾਨੀ ਕਿ ਪੁਸ਼ ਕਰਨਾ, ਧੱਕਾ ਲਾਉਣਾ, ਜਿਹਨੂੰ ਕਹਿ ਦਿੰਦੇ ਆਪਾਂ ਪੰਜਾਬੀ ਦੇ ਵਿੱਚ, ਕਿ ਸਟਾਰਟ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਸੋ ਉਸ ਸਮੇਂ ਦਾ ਦੌਰ ਤਾਂ ਮਤਲਬ ਤੁਹਾਡੀ ਜੋ ਸ਼ੁਰੂਆਤ ਆ ਉਹ ਕਿਸ ਤਰ੍ਹਾਂ ਰਹੀ ਸੀਗੀ, ਮਤਲਬ ਸ਼ੁਰੂਆਤ ਕਰਨਾ ਕਿਸ ਤਰ੍ਹਾਂ ਤੁਸੀਂ ਕੀਤਾ? ਇਸ ਤਰ੍ਹਾਂ ਸੀ, ਜਦੋਂ ਨਾ ਸਾਨੂੰ ਸੰਗੀਤ ਦਾ ਸ਼ੌਕ ਹੈ, ਸਕੂਲ ਟਾਈਮ ਅਸੀਂ 1962 'ਚ ਰੇਡੀਓ 'ਤੇ ਵੀ ਗਏ ਜੀ। ਅਤੇ ਉਹਨਾਂ ਦਿਨਾਂ ਦੇ ਵਿੱਚ ਅਸੀਂ ਚੰਗਾ ਘਰ ਸੀ, ਜਿਹਦੇ ਘਰ ਅਸੀਂ ਪੈਦਾ ਹੋਏ, ਸਾਡੇ ਦਾਦਾ ਜੀ ਦੇ ਪਿੰਡ ਦੇ ਵਿੱਚ ਹਵੇਲੀ ਬਣਾਈ ਹੋਈ ਸੀ, ਜਿਸ ਘਰ ਅਸੀਂ ਪੈਦਾ ਹੋਏ, ਲੋਕਾਂ ਕੋਲ ਘਰ ਕੱਚੇ ਹੁੰਦੇ ਸੀ, ਪੱਕੇ ਘਰ 'ਚ ਪੈਦਾ ਹੋਏ ਹਾਂ। ਅਤੇ ਸੰਗੀਤ ਤੋਂ ਸਾਨੂੰ ਇਉਂ ਕਹਿੰਦੇ ਸੀ ਵੀ ਜੱਟਾਂ ਦੇ ਮੁੰਡੇ ਨੇ ਵੀ ਇਹਨਾਂ ਨੂੰ ਰਿਸ਼ਤੇ ਨਹੀਂ ਹੋਣੇ, ਤੋਂ ਵਰਜਦੇ ਸੀ, ਸਾਨੂੰ ਇਸ ਪਾਸੇ ਨਹੀਂ ਸੀ ਜਾਣ ਦਿੰਦੇ। ਅਤੇ ਫਿਰ ਕੁਛ ਮਜਬੂਰੀਆਂ ਲਾ ਲਓ, ਅਤੇ ਫਿਰ ਸਾਡੇ ਦਿਲ ਦੇ ਵਿੱਚ ਇਹ ਮਨ ਦੇ ਵਿੱਚ ਅੰਦਰ ਇਹ ਨਿਕਲਿਆ ਨਹੀਂ। ਅਤੇ ਪਿੱਛੋਂ ਆ ਕੇ ਫਿਰ ਅਸੀਂ ਇਹਨੂੰ ਇਸ ਅਕੈਡਮੀ ਦੇ ਰੂਪ 'ਚ ਲੈ ਲਿਆ, ਅਤੇ ਸਾਨੂੰ ਪੇਸ਼ਾ ਨਹੀਂ ਬਣਾਉਣ ਦਾ ਮੌਕਾ ਮਿਲਿਆ। ਅਤੇ ਉਹ ਇਸ ਤਰ੍ਹਾਂ ਕਰਕੇ ਵੀ ਉਦੋਂ ਚੰਗਾ ਨਹੀਂ ਸੀ ਸਮਝਦੇ। ਸੋ ਜਿਸ ਤਰ੍ਹਾਂ ਕਿ ਹੁਣ ਅਕੈਡਮੀ ਤੁਸੀਂ ਸੰਤ ਬਾਬਾ ਨਰੈਣ ਸਿੰਘ ਜੀ ਨਾਂ 'ਤੇ ਖੋਲ੍ਹੀ, ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਵੀ ਸਾਡੇ ਦਰਸ਼ਕਾਂ ਨੂੰ, ਕਿ ਤੁਹਾਡੇ ਮਨ ਦੇ ਵਿੱਚ ਫੁਰਨਾ ਕਿਸ ਤਰ੍ਹਾਂ ਹੈ ਕਿ ਅਕੈਡਮੀ ਖੋਲ੍ਹਣ ਦਾ, ਵੀ ਅਸੀਂ ਜੋ ਬੱਚਿਆਂ ਨੂੰ ਟ੍ਰੇਨਿੰਗ ਦਈਏ ਤਾਂ ਕਿ ਜੋ ਇਹ ਜਿਹੜੀ ਸੰਗੀਤ ਦੀ ਕਲਾ ਅਸੀਂ ਬਣਦੇ ਚਲੇ ਜਾਈਏ। ਸੋ ਮਨ ਦੇ ਵਿੱਚ ਕਿਸ ਤਰ੍ਹਾਂ ਦਾ ਫੁਰਨਾ ਆਇਆ ਵੀ ਹਾਂ ਵੀ ਅਸੀਂ ਅਕੈਡਮੀ ਖੋਲ੍ਹੀਏ? ਸਾਡੇ ਤਾਇਆ ਜੀ ਨੇ ਸਾਰਾ ਜੀਵਨ ਇਸ ਕੰਮ ਲਈ ਲਾ ਦਿੱਤਾ, ਅਤੇ ਉਹਨਾਂ ਦੇ ਬਹੁਤ ਲੋਕ ਨੇ ਜਿਹੜੇ ਉਹਨਾਂ ਕੋਲੋਂ ਵਿੱਦਿਆ ਹਾਸਲ ਕੀਤੀ ਹੈ। ਉਹਨਾਂ ਨੇ ਆਪਣੀ ਜ਼ਮੀਨ ਜਾਇਦਾਦ ਦਾ ਕੋਈ ਲਾਲਚ ਨਹੀਂ, ਤਿਆਗੀ ਸਨ। ਅਤੇ ਭਾਈ ਸਾਹਿਬ ਨੇ ਉਹਨਾਂ ਦੇ ਕਿਤਾਬ ਲਿਖੀ ਹੈ ਜੀਵਨ ਦੇ ਉੱਤੇ, ਅਤੇ ਅਸੀਂ ਕਿਹਾ ਵੀ ਕਿਉਂ ਨਾ ਅਸੀਂ ਵੀ ਕੁਛ ਉਹੋ ਜਿਹਾ ਕਰੀਏ। ਆਪਣੇ ਲਈ ਹਰ ਕੋਈ ਕਰਦਾ ਹੈ, ਦੂਸਰੇ ਲਈ ਕਰਨਾ ਬੜਾ ਔਖਾ ਹੈ। ਸੋ ਬਿਲਕੁਲ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਕਿ ਮਤਲਬ ਦੂਸਰਿਆਂ ਲਈ ਕਰਨਾ ਬਾਕੀ ਮੁਸ਼ਕਿਲ ਹੈ, ਕਿ ਜਿੱਦਾਂ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਤੁਸੀਂ ਅਕੈਡਮੀ ਦੇ ਵਿੱਚ ਜਿਹੜਾ ਕਿ ਫ੍ਰੀ ਆਫ ਕੋਸਟਲੀ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹੋ ਨਾ, ਵੀ ਹਰ ਇੱਕ ਚੀਜ਼ ਦੀ ਸਾਰੀ ਜਾਣਕਾਰੀ ਦੇ ਰਹੇ ਹੋ। ਸੋ ਤੁਹਾਨੂੰ ਵੀ ਜਦੋਂ ਇਹ ਮਨ ਦੇ ਵਿੱਚ ਆਇਆ ਫੁਰਨਾ ਵੀ ਹਾਂ ਕਿ ਅਸੀਂ ਬੱਚਿਆਂ ਨੂੰ ਫ੍ਰੀ ਟ੍ਰੇਨਿੰਗ ਦਈਏ ਤਾਂ ਕਿ ਜਿਹੜੀ ਕਲਾ ਵਾ, ਸੰਗੀਤ ਦੀ ਕਲਾ, ਕਿ ਹਰ ਕੋਈ ਸਿੱਖ ਸਕੇ, ਕਿ ਕੁਛ ਇੱਦਾਂ ਦੇ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਦੇਖਿਆ ਜਾਂਦਾ ਕਿ ਮਤਲਬ ਜਿਹੜੇ ਬਹੁਤ ਫਾਈਨੈਂਸ਼ਲੀ ਪ੍ਰੋਬਲਮ ਚੱਲ ਰਹੀ ਹੈ ਨਾ, ਕਿ ਕੋਈ ਵੀ ਬੰਦਾ ਵੀ ਉਹ ਤੌਰ 'ਤੇ ਪੈਸੇ ਨਹੀਂ ਲਗਾ ਸਕਦਾ ਹੈਗਾ, ਕਿ ਹਰ ਇੱਕ ਨੂੰ ਪ੍ਰੋਬਲਮਾਂ ਕ੍ਰੀਏਟ ਕਰਨੀਆਂ ਪੈਂਦੀਆਂ ਨੇ। ਸੋ ਅੱਜ ਦੇ ਜਿਹੜੇ ਬੱਚੇ ਤੁਹਾਡੇ ਇੱਥੇ ਆ ਕੇ ਸਿੱਖ ਰਹੇ ਨੇ, ਉਹਨਾਂ ਨੂੰ ਟ੍ਰੇਨਿੰਗਾਂ ਤੁਸੀਂ ਦੇ ਰਹੇ ਹੋ, ਸੋ ਉਸ ਦੇ ਬਾਰੇ ਤੁਸੀਂ ਉਹਨਾਂ ਬੱਚਿਆਂ ਨੂੰ ਜੋ ਦੇ ਰਹੇ ਹੋ ਕਿ ਉਸ ਬਾਰੇ ਕੀ ਕਹਿਣਾ ਚਾਹੋਗੇ, ਕਿ ਬੱਚੇ ਜੋ ਸਿੱਖ ਕੇ ਜਾ ਰਹੇ ਨੇ ਤੁਹਾਡੇ ਕੋਲੋਂ, ਕਿੰਨੇ ਕੁ ਬੱਚੇ ਤੁਹਾਡੇ ਕੋਲ ਇੱਥੇ ਆ ਕੇ ਸਿੱਖ ਕੇ ਚਲੇ ਗਏ, ਕਿੰਨੇ ਨੇ ਟ੍ਰੇਨਿੰਗ ਹਾਸਲ ਕਰਕੇ ਕਿੰਨਾ ਮੁਕਾਮ ਜਿਹੜਾ ਹਾਸਲ ਕੀਤਾ? ਅਸਲ 'ਚ ਬੱਚੇ ਆਉਂਦੇ ਨੇ ਅਤੇ ਇਹਦੇ ਬਹੁਤ ਮਿਹਨਤ ਦੀ ਲੋੜ ਹੈ। ਅਤੇ ਜਿਸ ਤਰ੍ਹਾਂ ਸੋਹਣ ਜੀ ਬੈਠੇ ਨੇ, ਮੈਂ ਇਹਨਾਂ ਦਾ ਧੰਨਵਾਦੀ ਹਾਂ, ਤੁਹਾਨੂੰ ਲੈ ਕੇ ਆਏ ਨੇ, ਅਤੇ ਇਹਨਾਂ ਨੂੰ ਪਤਾ ਹੈ ਵੀ ਇਹ ਬਹੁਤ ਔਖਾ ਕੰਮ ਹੈ ਅਤੇ ਇਹਦੀ ਸਾਧਨਾ ਕਰਨੀ ਪੈਂਦੀ ਹੈ। ਕੁਛ ਬੱਚੇ ਆਉਂਦੇ ਨੇ, ਥੋੜ੍ਹਾ ਜਿਹਾ ਸਮਾਂ ਲਾ ਕੇ ਚਲੇ ਜਾਂਦੇ ਨੇ, ਅਤੇ ਫਿਰ ਅੱਧ ਕੱਚਾ ਪੱਕਾ ਜਿਹਾ ਰਹਿ ਜਾਂਦਾ ਹੈ, ਅਤੇ ਇਹ ਬਹੁਤ ਮਿਹਨਤ ਦੀ ਲੋੜ ਹੈ। ਇਹ ਗੁਰੂ ਨਾਨਕ ਦੇਵ ਭਾਈ ਮਰਦਾਨਾ ਜੀ ਦੀ ਪਰੰਪਰਾ ਚਲਾਈ ਹੋਈ ਹੈ, ਅਤੇ ਆਪ ਬੜੀ ਮਿਹਨਤ ਕਰਨੀ ਪੈਂਦੀ, ਔਖਾ ਕੰਮ ਹੈ। ਹਾਂ, ਜਿਹੜਾ ਇਸ ਨੂੰ ਸਮਝ ਲੈਂਦਾ ਉਹਦਾ ਜੀਵਨ ਸੁਧਰ ਜਾਂਦਾ ਹੈ। ਸੋ ਬਹੁਤ ਵਧੀਆ ਕਿ ਤੁਸੀਂ ਜਿਹੜੀ ਇਹ ਜਾਣਕਾਰੀ ਦਿੱਤੀ ਕਿ ਬੱਚਿਆਂ ਨੂੰ ਹੈ ਨਾ, ਕਿ ਵਾਕਈ ਇਹ ਸਿੱਖਣ ਦੀ ਕਲਾ, ਕਿ ਹਰ ਇੱਕ ਉਮਰ ਦੀ ਸਿੱਖਣ ਦੀ ਤਾਂ ਉਮਰ ਹੁੰਦੀ ਹੈ ਕਿ ਜਦੋਂ ਮਰਜ਼ੀ ਬੰਦਾ ਸਿੱਖ ਸਕਦਾ, ਕਿ ਤੁਸੀਂ ਇਸ ਸੁਰ-ਤਾਲ ਦੇ ਬਾਰੇ ਥੋੜ੍ਹੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੇ ਸਕਦੇ ਹੋ, ਕਿ ਮਤਲਬ ਕਿਸ ਤਰ੍ਹਾਂ ਜਿਹੜਾ ਤਾਲ ਨੇ, ਸੁਰ ਨੇ, ਕਿੰਨੇ ਸੁਰ ਨੇ ਮਤਲਬ ਇਸ ਚੀਜ਼ ਦੇ, ਕਿ ਕਿਸ ਤੋਂ ਸਿੱਖਿਆ ਜਾਂਦਾ? ਹਾਂਜੀ ਭਾਈ ਸਾਹਿਬ ਦੱਸੋ ਜੀ। ਹਾਂਜੀ, ਜਿਵੇਂ ਹੁਣ ਹਾਰਮੋਨੀਅਮ ਹੈ, ਇਹਦੇ ਵਿੱਚ 3.5 ਸਪਤਕ ਹੁੰਦੀਆਂ ਨੇ। ਇਹ ਜਿਵੇਂ ਇੱਕ ਸਪਤਕ ਹੈ, ਉਹਦੇ ਵਿੱਚ 12 ਸੁਰ ਹੁੰਦੀਆਂ ਨੇ, ਕੋਵਲ ਤੀਬਰ ਲਾ ਕੇ 12 ਸੁਰ ਹੁੰਦੀਆਂ ਨੇ, ਅਤੇ ਇਹਨਾਂ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ। ਜਿਹੜਾ ਬੱਚਾ ਸਾਡੇ ਕੋਲ ਆਉਂਦਾ ਹੈ ਵੀ ਹਰੇਕ ਸੁਰ ਨੂੰ ਜੇ ਸ਼ੁੱਧ ਸੁਰ ਵੀ ਹੈ, ਉਹਦਾ ਕੋਮਲ ਸਰੂਪ ਜਾਂ ਤੀਬਰ ਸਰੂਪ ਕੀ ਹੈ, ਇਹ ਬਹੁਤ ਜ਼ਰੂਰ ਚਾਹੀਦਾ। ਫਿਰ ਤੁਸੀਂ ਜਿਵੇਂ ਰਾਗ ਕਿਸੇ ਨੂੰ ਦੱਸਦੇ ਹਾਂ ਤਾਂ ਰਾਗ ਬਾਰੇ ਵੀ ਜਾਣਨਾ ਬੜਾ ਜ਼ਰੂਰੀ ਹੈ, ਕਿ ਕੋਈ ਰਾਗ ਕਿਹੜੇ ਸਮੇਂ ਗਾਇਆ ਜਾਂਦਾ ਹੈ। ਉਹਦੇ ਵਿੱਚ ਇਹ ਹੈ ਵੀ ਕਈ ਪੂਰਵਾਂਗਵਾਦੀ ਰਾਗ ਹੁੰਦੇ ਹਨ, ਕਈ ਉਤਰਾਂਗਵਾਦੀ ਹੁੰਦੇ ਨੇ। ਇਹਦੇ ਵਿੱਚ ਕਾਫੀ ਮਤਲਬ 300-400 ਰਾਗ ਨਿਕਲੇ ਹੁੰਦੇ ਜੀ। ਜਿਵੇਂ ਸਾਡੇ ਇੱਥੇ ਹਿੰਦੁਸਤਾਨੀ ਪੱਧਤੀ ਅਨੁਸਾਰ 10 ਠਾਠ ਨੇ, ਤਾਂ 10 ਠਾਠਾਂ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਰਾਗ ਬਣ ਜਾਂਦੇ ਨੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਇਸ ਤਰ੍ਹਾਂ ਹੀ ਦੱਖਣੀ ਪੱਧਤੀ ਹੈ, 2 ਪੱਧਤੀਆਂ ਹਿੰਦੁਸਤਾਨ ਦੇ ਵਿੱਚ ਚੱਲਦੀਆਂ ਨੇ, ਇੱਕ ਦੱਖਣੀ ਪੱਧਤੀ ਅਤੇ ਇੱਕ
ਹਿੰਦੁਸਤਾਨ ਪੱਧਤੀ ਸਾਡੀ। ਸੋ ਤੁਸੀਂ ਮਤਲਬ ਜਿਹੜੇ ਰਾਗਾਂ ਦੀ ਗੱਲ ਕਰ ਰਹੇ ਹੋ, ਸੋ ਸਾਨੂੰ ਆਪਣੇ ਦਰਸ਼ਕਾਂ ਨੂੰ 2 ਮਿੰਟ ਲਈ ਵਜਾ ਕੇ ਦਿਖਾ ਸਕਦੇ ਹੋ ਕਿ ਕਿਹੜਾ ਰਾਗ ਤੁਸੀਂ ਕਿਸ ਤਰ੍ਹਾਂ ਵਜਾਉਣਾ ਚਾਹੋਗੇ? ਹਾਂਜੀ ਜ਼ਰੂਰ। ਅਸੀਂ ਆਪਣੇ ਬੱਚਿਆਂ ਨੂੰ ਕਹਾਂਗੇ ਵੀ ਇੱਕ ਸ਼ਬਦ ਉਹ ਬਿਹਾਗੜਾ ਰਾਗ ਦੇ ਵਿੱਚ ਤੁਹਾਨੂੰ ਸੁਣਾਉਣਗੇ। ਤੁਸੀਂ ਸਾਡੇ ਦਰਸ਼ਕਾਂ ਨੂੰ ਵਜਾ ਕੇ ਸਿਖਾਇਆ, ਸੋ ਇਹ ਜਾਣਕਾਰੀ ਦਿਓ ਵੀ ਕਿਸ ਤਰ੍ਹਾਂ ਦਾ ਤਾਲ ਸੀ ਜੋ ਸੁਰ ਤੁਸੀਂ ਲਾਇਆ। ਇਹ ਮੈਂ ਬਿਹਾਗੜੇ ਰਾਗ ਦੀਆਂ ਸੁਰਾਂ ਵਜਾਈਆਂ ਨੇ ਜੀ, ਉਹ ਨੋਟਸ ਵਜਾਏ ਨੇ, ਉਹਨਾਂ ਦਾ ਰੋਬ ਰੋ ਤੇ ਪਕੜ ਵਗੈਰਾ ਵਜਾਈ ਹੈ। ਇਹ ਬਿਲਾਵਲ ਥਾੜ ਦਾ ਰਾਗ ਹੈ ਤੇ ਗੁਰਮਤਿ ਸੰਗੀਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਅੰਕਿਤ ਹੈ। ਬੜੇ ਸ਼ਬਦ ਵਧੀਆ ਵਧੀਆ ਲਿਖੇ ਨੇ ਸਾਡੇ ਪਾਤਸ਼ਾਹਾਂ ਨੇ, ਬਹੁਤ ਵਧੀਆ ਸ਼ਬਦ ਲਿਖੇ ਨੇ। ਉਹਨਾਂ ਦੇ ਵਿੱਚੋਂ ਇੱਕ ਸ਼ਬਦ ਹੁਣ ਇਹ ਬੀਬੀਆਂ ਤੁਹਾਨੂੰ ਸੁਣਾਉਣ।
ਸ਼ਬਦ ਗਾਇਨ ਕੀਤਾ ਨਾ, ਸੋ ਇਹਦੇ ਵਿੱਚ ਹਰ ਇੱਕ ਸੁਰ, ਹਰ ਇੱਕ ਤਾਲ ਜਿਹੜੇ ਤੁਸੀਂ ਮਿਲਾਏ, ਸੋ ਉਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ? ਇਹਦੇ ਵਿੱਚ ਜਿਹੜਾ ਤਾਲ ਵੱਜਿਆ ਕਹਿਰਵਾ ਤਾਲ ਸੀ। ਮੈਂ ਇੱਕ ਹੋਰ ਐਡ ਕਰਨੀ ਚਾਹੁੰਦਾ ਵੀ ਬਿਹਾਗੜਾ ਰਾਗ ਜਿਹੜਾ ਇਹਨਾਂ ਨੇ ਗਾਇਆ ਹੈ, ਤੇ ਉਹਦੇ ਵਿੱਚ 2 ਸੁਰ ਇਹੋ ਜਿਹੇ ਹੁੰਦੇ ਨੇ ਜਿਹਨਾਂ ਨੂੰ ਅਸੀਂ ਵਾਦੀ ਸਮਾਧੀ ਕਹਿੰਦੇ ਹਾਂ। ਵਾਦੀ ਸਮਾਧੀ ਉਹ ਵਾਦੀ ਸੁਰ ਉਹ ਹੁੰਦਾ ਜਿੱਥੇ ਆ ਕੇ ਟਿਕਣਾ ਹੁੰਦਾ, ਉਹਨੂੰ ਵਾਰ-ਵਾਰ ਟੱਚ ਕਰਨਾ ਹੁੰਦਾ। ਦੂਸਰੇ ਨੰਬਰ ਤੇ ਜਿਹੜਾ ਅਸੀਂ ਘੱਟ ਉਦੋਂ ਯੂਜ਼ ਕਰਦੇ ਹਾਂ ਉਹ ਸਮਾਧੀ ਸੁਰ ਹੁੰਦਾ। ਇਹਦੇ ਵਿੱਚ ਗੰਧਾਰ ਤੇ ਨਿਸ਼ਾਦ ਦੋਵੇਂ ਵਾਦੀ ਸਮਾਧੀ ਨੇ। ਜਦੋਂ ਅਸੀਂ ਪੂਰਵਾਂਗ ਅੰਗ ਦੇ ਵਿੱਚ, ਜਿਵੇਂ ਗੰਧਾਰ ਪੂਰਵ ਅੰਗ ਦੇ ਵਿੱਚ ਆਉਂਦਾ ਤਾਂ ਇਹ ਸ਼ਾਮ ਦਾ ਰਾਗ ਬਣ ਜਾਂਦਾ। ਸੋ ਇਹ ਸ਼ਾਮ ਦਾ ਰਾਗ ਹੈ ਜੀ। ਸੋ ਤੁਸੀਂ ਇਸ ਅਕੈਡਮੀ ਦੇ ਵਿੱਚ ਮਤਲਬ ਕਿੰਨੇ ਤਰ੍ਹਾਂ ਦੇ ਸਾਜ਼ ਹੈ ਜਿਹੜੇ ਕਿ ਤੁਸੀਂ ਟ੍ਰੇਨਿੰਗ ਦੇ ਰਹੇ ਹੋ ਬੱਚਿਆਂ ਨੂੰ? ਕਿਹੜੇ ਸਾਜ਼ਾਂ ਦੀ ਤੁਸੀਂ ਜਾਣਕਾਰੀ, ਸੋ ਉਹ ਵੀ ਸਾਜ਼ਾਂ ਦੇ ਨਾਮ ਤੁਸੀਂ ਜ਼ਰੂਰ ਦੱਸੋ। ਸਾਡੇ ਇੱਥੇ ਸੰਗੀਤ ਅਕੈਡਮੀ ਦੇ ਵਿੱਚ ਅਸੀਂ ਇਹ ਸਾਜ਼ ਬੱਚਿਆਂ ਤੋਂ ਕੋਈ ਇਹਨਾਂ ਦੀ ਕੋਸਟ ਨਹੀਂ ਲੈਂਦੇ। ਇਹ ਸਾਡੇ ਆਪਣੇ ਸਾਜ਼ ਖਰੀਦੇ ਹੋਏ ਨੇ, ਇਹ ਸਿਰਫ ਪਲੇ ਕਰਦੇ ਨੇ। ਇਹਨਾਂ ਦੀ ਮੁਰੰਮਤ ਵੀ ਅਸੀਂ ਆਪ ਹੀ ਕਰਵਾਉਂਦੇ ਹਾਂ। ਅਤੇ ਇਹ ਸਾਜ਼ ਜਿਹੜੇ ਵੀ ਨੇ ਇਹਨਾਂ ਦੇ ਵਿੱਚ ਹਾਰਮੋਨੀਅਮ ਹੈ, ਤਬਲਾ ਹੈ, ਵਾਇਲਨ ਹੈ, ਦਿਲਰਵਾ ਹੈ, ਰਬਾਬ ਹੈ। ਇਹ ਸਾਰੇ ਸਾਜ਼ ਅਸੀਂ ਪਲੇ ਕਰ ਲੈਂਦੇ ਹਾਂ ਅਤੇ ਅਸੀਂ ਇਹਨਾਂ ਦੀ ਟ੍ਰੇਨਿੰਗ ਦਿੰਦੇ ਹਾਂ। ਇਹ ਬੱਚਿਆਂ ਨੂੰ ਖੂਬ ਜਾਣਕਾਰੀ ਹੈ ਇਸ ਚੀਜ਼ ਬਾਰੇ ਵੀ ਹਾਂ ਇਹ ਚੀਜ਼ ਕਿਸ ਤਰ੍ਹਾਂ ਦੱਸਦੇ ਨੇ। ਸੋ ਇਹ ਅਕੈਡਮੀ ਜਿਹੜੀ ਤੁਸੀਂ ਖੋਲ੍ਹੀ ਹੈ, ਮਤਲਬ ਕਿੰਨਾ ਚਿਰ ਤੋਂ ਤੁਸੀਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹੋ? ਕਦੋਂ ਤੋਂ ਮਤਲਬ ਅਕੈਡਮੀ ਜਿਹੜੀ ਤੁਸੀਂ ਓਪਨ ਕੀਤੀ? ਅਸੀਂ ਇਹ ਦਰਾਹੇ ਦੇ ਵਿੱਚ ਤਕਰੀਬਨ ਮੇਰੇ ਖਿਆਲ 10-12 ਸਾਲ ਹੋ ਗਏ ਇਹ ਚੱਲਦੀ, ਅਤੇ ਅਸੀਂ 15 ਕੁ ਸਾਲ ਤਾਂ ਹੋ ਗਏ ਸਾਨੂੰ ਸ਼ੁਰੂ ਕੀਤੀ ਨੂੰ। ਅਤੇ ਬੱਚੇ ਪਹਿਲਾਂ ਘੱਟ ਆਉਂਦੇ ਸੀ, ਫਿਰ ਹੌਲੀ ਹੌਲੀ ਜਿਉਂ ਜਾਣਕਾਰੀ ਅਗਲੇ ਨੂੰ ਪਤਾ ਲੱਗਦਾ ਰਿਹਾ ਵੱਧ ਆਉਂਦੇ ਰਹੇ ਨੇ। ਇਸ ਤੋਂ ਇਲਾਵਾ ਅਸੀਂ ਹੋਰ ਜਗ੍ਹਾ ਵੀ ਜਾਂਦੇ, ਇਸੇ ਦਰਾਹੇ ਵੀ ਅਸੀਂ ਪ੍ਰੋਪਰ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਅਸੀਂ ਟੀਚ ਕਰਦੇ ਰਹੇ ਹਾਂ, ਬੱਚਿਆਂ ਨੂੰ ਦੱਸਦੇ ਰਹੇ ਹਾਂ। ਇਹ ਇੱਕ ਇੱਥੇ ਨੇੜੇ ਨਗਰ ਹੈ ਮਕਸੂਦੜਾ ਸੀ ਢੱਕੀ ਸਾਹਿਬ, ਉੱਥੇ ਵੀ 6-7 ਸਾਲ ਅਸੀਂ ਜਾਂਦੇ ਰਹੇ ਹਾਂ। ਅਤੇ ਹੁਣ ਇਹ ਸਾਡੇ ਬੱਚੇ ਉੱਥੇ ਜਾ ਕੇ ਟ੍ਰੇਨਿੰਗ ਦਿੰਦੇ ਨੇ ਇਹਨਾਂ ਸਾਜ਼ਾਂ ਦੀ ਅਤੇ ਇਹਨਾਂ ਸ਼ਬਦਾਂ ਦੀ, ਜਿਹੜੇ ਰਾਗਾਂ ਦੀ। ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 31 ਰਾਗ ਨੇ, ਜਿਵੇਂ ਸ਼੍ਰੀ ਮਾਝ ਗੌੜੀ, ਆਸਾ ਗੁਜਰੀ, ਦੇਵ ਗੰਧਾਰੀ, ਵਿਆਹਗੜਾ, ਬਡਾਂਸ, ਸੋਠ, ਧਨਾਸਰੀ, ਜੈਸਰੀ, ਟੋਡੀ, ਬੈਰਾੜੀ, ਤਲੰਗ, ਸੂਹੀ, ਬਲਾਵਲ, ਗੌਂਡ, ਰਾਮਕਲੀ, ਨੱਠ, ਨੈਣ, ਮਾਲੀ, ਗੌੜਾ, ਮਾਰੂ, ਤਖਾਰੀ, ਕਦਾਰਾ, ਭੈਰ, ਬਸੰਤ, ਸਾਰੰਗ, ਮਲਹਾਰ, ਕਾਨੜਾ, ਕਲਿਆਣ, ਪ੍ਰਭਾਤੀ, ਜੈ ਜੈਵੰਤੀ। ਇਹ 31 ਰਾਗ ਨੇ। ਇਹਨਾਂ ਦੇ 31 ਪ੍ਰਕਾਰ ਨੇ ਜਿਹੜੇ ਅਸੀਂ 62 ਰਾਗਾਂ ਦੀ ਜਾਣਕਾਰੀ ਤਕਰੀਬਨ ਇਹ ਸਾਡੇ ਬੱਚਿਆਂ ਨੂੰ ਹੈਗੀ। ਜਿਸ ਤਰ੍ਹਾਂ ਕਿ ਅਕੈਡਮੀ ਦੇ ਵਿੱਚ ਮਤਲਬ ਜਾਂ ਕੋਈ ਹੋਰ ਅਦਰ ਅਕੈਡਮੀਆਂ ਜਿਹੜੀਆਂ ਹੁੰਦੀਆਂ ਨੇ, ਉੱਥੇ ਮਤਲਬ ਬੱਚੇ ਜੋ ਟ੍ਰੇਨਿੰਗ ਲੈਂਦੇ ਨੇ ਤਾਂ ਬਾਅਦ ਵਿੱਚ ਸਰਟੀਫਿਕੇਟ ਇਸ਼ੂ ਕਰਦੇ ਆ, ਕੀ ਇੱਥੇ ਮਤਲਬ ਤੁਸੀਂ ਸਰਟੀਫਿਕੇਟ ਇਸ਼ੂ ਕਰਦੇ ਹੋ ਕਿ ਕੁਛ ਇੱਦਾਂ ਦਾ ਬੱਚਿਆਂ ਨੂੰ ਜਿਹੜਾ ਕਿ ਦਿੰਦੇ ਹੋ? ਸਰ ਤੁਸੀਂ ਕੀ? ਇਸ ਤਰ੍ਹਾਂ ਜੀ ਜਿਹੜਾ ਪੁਰਾਣੀ ਉਹ ਕੀ ਆਪਣੇ ਤੁਸੀਂ ਕਰੀਏ ਪ੍ਰਾਚੀਨ ਕਲਾ ਕੇਂਦਰ ਹੈ, ਉਹਨਾਂ ਕੋਲੋਂ ਬੱਚਿਆਂ ਨੂੰ ਟ੍ਰੇਨਿੰਗ ਦਵਾ ਕੇ ਉੱਥੋਂ ਸਰਟੀਫਿਕੇਟ ਦਵਾ ਦੇਣੇ ਸੀ। ਬਾਕੀ ਯੂਨੀਵਰਸਿਟੀ ਤੋਂ ਵੀ ਮਤਲਬ ਬੱਚੇ ਯਾਨੀ ਕਿ ਟ੍ਰੇਨਿੰਗ ਲੈ ਕੇ ਜਾਂਦੇ ਜੀ। ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ, ਉਹਨਾਂ ਤੋਂ ਅਸੀਂ ਸਰਟੀਫਿਕੇਟ ਲੈ ਕੇ ਦਿੰਦੇ ਜੀ। ਮਤਲਬ ਬੱਚੇ ਕੋਈ ਟ੍ਰੇਨਿੰਗ ਲੈ ਕੇ ਜਾਂਦੇ ਤਾਂ ਉਹਨਾਂ ਨੂੰ ਬਾਕੀ ਜਿਹੜੇ ਕਿ ਸਰਟੀਫਿਕੇਟ ਇਸ਼ੂ ਕਰਦੇ ਹੋ, ਮਤਲਬ ਕਿ ਬੱਚਿਆਂ ਨੂੰ ਮਤਲਬ ਇਹ ਹੁੰਦਾ ਵੀ ਸਰਟੀਫਿਕੇਟ ਵੀ ਹਾਂ ਕਿ ਅਸੀਂ ਬੱਚੇ ਇੱਥੋਂ ਸਿੱਖ ਕੇ ਗਏ ਨੇ ਤਾਂ ਉਹਨਾਂ ਨੂੰ ਜਾਣੀ ਕਿ ਕਲਾ ਹੈ ਹੱਥ ਵਿੱਚ ਜਿਹੜੀ ਹੈਗੀ ਹੈ ਨਾ। ਸੋ ਤੁਸੀਂ ਸਾਨੂੰ ਇਹਨਾਂ ਦੇ ਰਿਲੇਟਡ, ਅਕੈਡਮੀ ਰਿਲੇਟਡ ਤੁਸੀਂ ਬਹੁਤ ਸਾਰੀ ਜਾਣਕਾਰੀ ਦਿੱਤੀ, ਹਰ ਇੱਕ ਸੁਰ ਦੀ, ਹਰ ਇੱਕ ਤਾਲ ਦੀ ਜਾਣਕਾਰੀ ਜਿਹੜੀ ਸਾਡੇ ਤੁਸੀਂ ਦਰਸ਼ਕਾਂ ਦੇ ਰੂਬਰੂ ਕਰਵਾਇਆ। ਸੋ ਤੁਹਾਡੇ ਹੋਰ ਵੀ ਸਾਜ਼ ਨੇ ਜਿਸ ਤਰ੍ਹਾਂ ਕਿ ਪਿਆਨੋ ਹੈ, ਸੋ ਇਸ ਦੇ ਰਿਲੇਟਡ ਵੀ ਵਾਈਨ, ਸੋ ਇਸ ਦੇ ਰਿਲੇਟਡ ਵੀ ਤੁਸੀਂ ਹੈ ਨਾ ਵੀ ਥੋੜ੍ਹੀ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓ ਕਿ ਕੀ ਕਹਿਣਾ ਚਾਹੋਗੇ ਇਸ ਲਈ? ਇਸ ਤਰ੍ਹਾਂ ਜੀ ਵੀ ਜਿਹੜਾ ਸੰਗੀਤ ਹੈ ਇਹ ਬਹੁਤ ਅਤੀ ਸੁੰਦਰ ਔਰ ਪਿਆਰਾ, ਅਤੇ ਇਹਨੂੰ ਜਿੰਨਾ ਪਿਆਰ ਦੇ ਨਾਲ ਕੋਈ ਇਹਦੀ ਰਿਆਜ਼ ਕਰੂਗਾ ਓਨਾ ਪਰਮਾਤਮਾ ਦੇ ਨੇੜੇ ਜਾਊਗਾ, ਨਹੀਂ ਤਾਂ ਬੜਾ ਮੁਸ਼ਕਿਲ ਹੈ। ਹਰ ਜੀਵਨ ਨੂੰ ਆਪਣਾ ਟੈਨਸ਼ਨ ਦੂਰ ਕਰਨ ਲਈ ਇਹ ਜ਼ਰੂਰੀ ਆ ਬਾਣੀ ਪੜ੍ਹਨੀ, ਸੰਗੀਤ ਨਾਲ ਜੁੜਨਾ। ਜਿੱਦਾਂ ਕਹਿਣ ਦਾ ਭਾਵ ਕਿ ਮਤਲਬ ਸਮੁੰਦਰ ਜਿੰਨਾ ਡੁੱਬਾਂਗੇ ਤਾਂ ਉਨਾ ਹੀ ਤਰਾਂਗੇ, ਠੀਕ ਹੈ ਨਾ, ਕਿ ਮਤਲਬ ਜਿੰਨਾਂ ਨੂੰ ਸਿੱਖਦੇ ਜਾਵਾਂਗੇ ਤੇ ਵੀ ਡੁੱਬਾਂਗੇ ਤਾਂ ਅਸੀਂ ਉਨਾ ਹੀ ਉਹ ਕਲਾ ਨੂੰ ਮਤਲਬ ਹਾਸਲ ਕਰ ਸਕਾਂਗੇ, ਠੀਕ ਹੈ ਜੀ। ਕਿਉਂਕਿ ਤੁਸੀਂ ਹਰ ਇੱਕ ਸੁਰ ਦੀ, ਹਰ ਇੱਕ ਤਾਲ ਦੀ ਜਿਹੜੀ ਡੂੰਘਾਈ ਦੇ ਵਿੱਚ ਤੁਸੀਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹੋ, ਹਰ ਇੱਕ ਪੁਆਇੰਟ ਕੱਲਾ ਤੁਸੀਂ ਬੱਚਿਆਂ ਨੂੰ ਸਿਖਾ ਰਹੇ ਹੋ। ਇਸ ਅਕੈਡਮੀ ਦੇ ਰਿਲੇਟਡ, ਇਸ ਸੰਗੀਤ ਰਿਲੇਟਡ ਅਕੈਡਮੀ ਦੇ ਵਿੱਚ ਇੱਕ ਬੱਚਿਆਂ ਨੂੰ ਸਿੱਖਿਆ ਦੇ ਰਹੇ ਹੋ, ਅਕੈਡਮੀ ਤੁਸੀਂ ਚਲਾ ਰਹੇ ਹੋ ਨਾ। ਸੋ ਬਹੁਤ ਅੱਛਾ ਲੱਗਿਆ ਸਾਡੇ ਦਰਸ਼ਕਾਂ ਨੂੰ ਇਸ ਦੇ ਮਤਲਬ ਤੁਸੀਂ ਇਹ ਸਾਰੀ ਜਾਣਕਾਰੀ ਜਿਹੜੀ ਦਿੱਤੀ ਹਾਸਲ, ਤਾਂ ਕਿ ਜੋ ਸਭ ਤੋਂ ਬੈਟਰ ਗੱਲ ਇਹ ਕਿ ਹਰ ਇੱਕ ਅਕੈਡਮੀ ਜਿੱਦਾਂ ਕਿ ਮਤਲਬ ਸਕੂਲੀ ਅਕੈਡਮੀਜ਼ ਹੁੰਦੀਆਂ ਨੇ, ਉੱਥੇ ਬੱਚਿਆਂ ਨੂੰ ਜੋ ਟ੍ਰੇਨਿੰਗ ਦਿੱਤੀ ਜਾਂਦੀ ਹੈ ਪੈਸੇ ਲਿੱਤੇ ਜਾਂਦੇ ਨੇ। ਤਾਂ ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਫ੍ਰੀ ਆਫ ਕੋਸਟਲੀ ਜਿਹੜੇ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹੋ, ਕਿ ਬੱਚੇ ਕੁਛ ਇੱਦਾਂ ਦੇ ਬੱਚੇ ਜਿਹੜੇ ਫਾਈਨੈਂਸ਼ਲੀ ਪ੍ਰੋਬਲਮ ਤੌਰ 'ਤੇ ਨਹੀਂ ਮਤਲਬ ਸਿੱਖ ਸਕਦੇ, ਕਿ ਉਹਨਾਂ ਕੋਲੋਂ ਹਰ ਇੱਕ ਚੀਜ਼ ਦਾ ਟੈਲੈਂਟ ਹੁੰਦਾ ਵਾ ਅਤੇ ਉਹ ਬਾਹਰ ਨਹੀਂ ਆਉਂਦਾ, ਪਰ ਲੇਕਿਨ ਤੁਸੀਂ ਇਹ ਜੋ ਇਹ ਕਲਾ ਤੁਸੀਂ ਸ਼ੁਰੂ ਕੀਤੀ ਹੈ ਇੱਕ ਬੱਚਿਆਂ ਨੂੰ ਸਿਖਾਉਣ ਦੀ, ਤਾਂ ਕਿ ਜੋ ਹਰ ਇੱਕ ਬੱਚੇ ਜਿਹੜੇ ਕਿ ਮਤਲਬ ਆਪਣੇ ਮੁਕਾਮ 'ਤੇ ਪਹੁੰਚ ਸਕਣ, ਆਪਣਾ ਜਿਹੜਾ
ਸੁਪਨਾ ਪੂਰਾ ਅਸੀਂ ਇਸ ਅਕੈਡਮੀ ਦੇ ਵਿੱਚ ਆ ਕੇ ਅਸੀਂ ਗੱਲਬਾਤ ਕੀਤੀ। ਸੋ ਇੱਥੇ ਦੇ ਵਿਦਿਆਰਥੀ ਜਿਹੜੇ ਜੋ ਸਟੂਡੈਂਟ ਇੱਥੇ ਸਿੱਖ ਰਹੇ ਨੇ, ਸੋ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੇ ਇਸ ਸੰਗੀਤ ਦੀ ਕਲਾ ਦੇ ਵਿੱਚ ਆ ਕੇ ਕਿੰਨੀ ਕੁ ਵਿੱਦਿਆ ਹਾਸਲ ਕੀਤੀ ਔਰ ਇਸ ਅਕੈਡਮੀ ਬਾਰੇ ਇਹਨਾਂ ਨੂੰ ਜਾਣਕਾਰੀ ਕਿੱਥੋਂ ਮਿਲੀ। ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਮੈਮ, ਕੀ ਨਾਮ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸ਼ਾਲੂ ਗੁਰੀ। ਜੀ ਮੈਮ, ਤੁਸੀਂ ਮੈਮ ਇਸ ਅਕੈਡਮੀ ਦੇ ਵਿੱਚ ਆਏ ਹੋ, ਕਦੋਂ ਤੋਂ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਸ ਅਕੈਡਮੀ ਬਾਰੇ ਵੀ ਇੱਥੇ ਜੋ ਸੰਗੀਤ ਦੀ ਕਲਾ ਜੋ ਸਿਖਾਈ ਜਾਂਦੀ ਹੈ, ਕਿੱਥੋਂ ਤੁਹਾਨੂੰ ਜਾਣੀ ਕਿ ਇਸ ਦੀ ਜਾਣਕਾਰੀ ਹੋਈ? ਸਰ, ਮੈਂ 2017 ਦੇ ਵਿੱਚ ਦੁਰਾਹੇ ਵਿਖੇ ਆਈ ਸੀ ਅਤੇ ਮੇਰੇ ਮਾਸਟਰ ਜੀ ਨੇ ਜਨਾਬ ਸੋਹਣ ਸਿਕੰਦਰ ਜੀ, ਜਿਨ੍ਹਾਂ ਦੀ ਬਦੌਲਤ ਮੈਂ ਇੱਥੇ ਆਈ ਹਾਂ। ਅਤੇ ਉਹਨਾਂ ਨੂੰ ਮੈਂ ਕਿਹਾ ਸੀਗਾ ਵੀ ਮੈਂ ਕੀਰਤਨ ਲਾਈਨ ਦੇ ਵਿੱਚ ਆਉਣਾ ਚਾਹੁੰਦੀ ਹਾਂ, ਅਤੇ ਉਹਨਾਂ ਨੇ ਮੈਨੂੰ ਦੁਰਾਹੇ ਦਾ ਪਤਾ ਦਿੱਤਾ। ਮੇਰੇ ਉਸਤਾਦ ਜੀ ਸਰਦਾਰ ਅਮਰਜੀਤ ਸਿੰਘ ਮਾਂਗਟ, ਸਰਦਾਰ ਬਲਵੰਤ ਸਿੰਘ ਜੀ ਮਾਂਗਟ, ਅਤੇ ਉਹਨਾਂ ਤੋਂ ਸੰਗੀਤ ਦੀ ਸਿੱਖਿਆ ਗ੍ਰਹਿਣ ਕੀਤੀ। ਮੈਮ, ਤੁਸੀਂ ਹੁਣ ਤੱਕ ਇਸ ਅਕੈਡਮੀ ਦੇ ਵਿੱਚ ਆ ਕੇ ਜੋ ਸੰਗੀਤ ਦੀ ਕਲਾ ਸਿੱਖੀ ਹੈ ਵੀ ਕਿੰਨਾ ਕੁ ਤੁਸੀਂ ਸਿੱਖੇ ਹੋ, ਔਰ ਜੋ ਤੁਹਾਡੇ ਇੱਥੋਂ ਦੇ ਸਿਖਾਉਣ ਵਾਲੇ ਜਿਹੜੇ ਟੀਚਰ ਸਾਹਿਬਾਨ ਨੇ ਕਿ ਉਹਨਾਂ ਨੇ ਤੁਹਾਨੂੰ ਕਿੰਨਾ ਕੁ ਸਿਖਾਇਆ ਵਾ, ਔਰ ਕੀ ਤੁਸੀਂ ਇਸ ਤੋਂ ਖੁਸ਼ ਹੋ? ਕਿੰਨਾ ਕੁ ਤੁਸੀਂ ਸਿੱਖ ਕੇ ਮਤਲਬ ਜਿਹੜੀ ਤੁਸੀਂ ਆਪਣੀ ਕਲਾ ਨੂੰ ਪ੍ਰਦਰਸ਼ਨ ਕੀਤਾ ਵਾ? ਸਰ, ਇੱਦਾਂ ਹੈ ਕਿ ਮੈਂ ਸਿਰਫ ਗਾਉਂਦੀ ਸੀ, ਮੈਨੂੰ ਬੇਸ ਨਹੀਂ ਸੀ ਪਤਾ ਵੀ ਹਾਰਮੋਨੀਅਮ ਕਿੱਦਾਂ ਪਲੇ ਕਰੀਦਾ ਹੁੰਦਾ। ਅਤੇ ਜਦੋਂ ਮੈਂ ਇੱਥੇ ਆਈ ਅਤੇ ਮੈਨੂੰ ਹਾਰਮੋਨੀਅਮ ਦਾ ਸਾਰੇ ਗਾਮਾ ਪਤਾ ਲੱਗਿਆ, ਕੋਮਲ ਸਵਰ, ਤੀਬਰ ਸਵਰ, ਉਹਨਾਂ ਦਾ ਪਤਾ ਲੱਗਿਆ। ਅਤੇ ਸਰ ਉਹਨਾਂ ਵੱਲੋਂ ਪੂਰਾ ਆਪਣੇ ਬੱਚੇ ਦੀ ਤਰ੍ਹਾਂ, ਇੱਕ ਬੇਟੀ ਦੀ ਤਰ੍ਹਾਂ ਉਹਨਾਂ ਨੇ ਟਰੀਟ ਕੀਤਾ ਹੈ ਅਤੇ ਹਰ ਇੱਕ ਚੀਜ਼ ਬਰੀਕੀ ਦੇ ਨਾਲ ਉਹਨਾਂ ਨੇ ਸਾਨੂੰ ਦੱਸੀ ਆ। ਜਿੰਨਾ ਕੁ ਵੀ ਹਜੇ ਮੇਰੇ ਪੱਲੇ ਆ ਵੀ ਥੋੜ੍ਹਾ ਮੈਂ ਜ਼ਿਆਦਾ ਨਹੀਂ ਕਹੂੰਗੀ, ਥੋੜ੍ਹਾ ਕਰਕੇ ਮੇਰੇ ਕੋਲ ਹੈਗਾ ਵੀ ਹਾਂ, ਜੋ ਦੱਸ ਰਹੇ ਨੇ ਅਸੀਂ ਉਹਨਾਂ ਨੂੰ ਕਰਦੇ। ਹਾਂਜੀ, ਕੀ ਨਾਮ ਹੈ ਮੈਮ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਿਮਰਨਜੀਤ ਕੌਰ ਹੈ। ਜੀ ਮੈਮ, ਤੁਸੀਂ ਇੱਥੇ ਕਦੋਂ ਤੋਂ ਇਸ ਅਕੈਡਮੀ ਦੇ ਵਿੱਚ ਆ ਰਹੇ ਹੋ? ਅਸੀਂ ਸਰ ਪਿੰਡ ਬਲਾਸਪੁਰ ਤੋਂ ਗੁਰਦੁਆਰਾ ਸਾਹਿਬ 'ਚ ਸਾਨੂੰ ਸਿਖਾਉਂਦੇ ਹੁੰਦੇ ਸੀ। ਉੱਥੇ ਹੀ ਸਾਨੂੰ ਸਾਡੇ ਉਸਤਾਦ ਜੀ ਸਰਦਾਰ ਅਮਰਜੀਤ ਸਿੰਘ ਜੀ ਮਾਂਗਟ ਅਤੇ ਬਲਵੰਤ ਸਿੰਘ ਜੀ ਮਾਂਗਟ, ਇਹ ਦੋਨੋਂ ਸਾਨੂੰ ਗੁਰਦੁਆਰਾ ਸਾਹਿਬ 'ਚ ਹੀ ਸਿਖਾਉਣ ਆਉਂਦੇ ਸੀ। ਅਸੀਂ ਉੱਥੋਂ ਹੀ ਫਿਰ ਇਹਨਾਂ ਦੇ ਨਾਲ ਸਾਡੀ ਭੇਂਟ ਹੋਈ ਅਤੇ ਸਿੱਖਣਾ ਸ਼ੁਰੂ ਕੀਤਾ। ਮੈਮ, ਤੁਸੀਂ ਮਤਲਬ ਇੱਥੇ ਆ ਕੇ ਕਿੰਨਾ ਕੁ ਜਾਣੀ ਕਿ ਸੰਗੀਤ ਦੀ ਕਲਾ ਨੂੰ ਸਿੱਖ ਪਾਏ ਹੋ, ਕਿੰਨਾ ਕੁ ਤੁਸੀਂ ਇਸ ਨੂੰ ਗ੍ਰਹਿਣ ਕੀਤਾ ਵਾ? ਸੋ ਪਲੀਜ਼ ਉਹ ਵੀ ਥੋੜ੍ਹਾ ਜਿਹਾ ਚਾਨਣਾ ਪਾਓ। ਸਰ ਦੇਖੋ, ਸੰਗੀਤ ਤਾਂ ਡੂੰਘਾ ਸਮੁੰਦਰ ਹੈ, ਜਿੰਨਾ ਮਰਜ਼ੀ ਸਿੱਖ ਲਓ, ਸਾਰੀ ਉਮਰ ਬੰਦਾ ਸਿੱਖਦਾ ਰਹਿੰਦਾ। ਪਰ ਸਾਡੇ ਮਨ 'ਚ ਸਿਰਫ ਇਹੀ ਗੱਲ ਹੈ ਕਿ ਜਿੰਨਾ ਚਿਰ ਸਾਡੇ ਸਰ ਨੇ ਸਾਨੂੰ ਕਹਿੰਦੇ ਹੈਗੇ ਵੀ ਹਾਂ ਤੁਸੀਂ ਪੂਰਾ ਸਿੱਖ ਗਏ, ਉਹਨਾਂ ਚਿਰ ਅਸੀਂ ਸਿੱਖਦੇ ਰਹਿਣਾ, ਸਾਰੀ ਉਮਰ ਹੀ ਸਿੱਖਦੇ ਰਹਿੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅਲੀਸ਼ਾ ਕੌਰ। ਜੀ ਮੈਮ, ਤੁਸੀਂ ਇਸ ਅਕੈਡਮੀ ਦੇ ਵਿੱਚ ਕਿੰਨੇ ਚਿਰ ਤੋਂ ਆ ਰਹੇ ਹੋ? ਸਾਨੂੰ 7-8 ਸਾਲ ਹੋ ਗਏ ਇਸ ਅਕੈਡਮੀ 'ਚ ਆਉਂਦਿਆਂ ਨੂੰ। ਸ਼ੁਰੂ ਦੇ 4 ਸਾਲਾਂ 'ਚ ਮੈਂ ਸਰਦਾਰ ਬਲਵੰਤ ਸਿੰਘ ਜੀ ਮਾਂਗਟ ਤੋਂ ਹਾਰਮੋਨੀਅਮ ਸਿੱਖਿਆ ਅਤੇ ਉਸ ਤੋਂ ਬਾਅਦ 4 ਸਾਲਾਂ ਦੇ ਵਿੱਚ ਤਬਲਾ ਸਿੱਖਿਆ ਸਰਦਾਰ ਅਮਰਜੀਤ ਸਿੰਘ। ਕੀ ਨਾਮ ਹੈ ਜੀ ਆਪਣਾ? ਮੈਂ ਸੈਲਫ ਹਰਵਿੰਦਰ ਕੌਰ। ਜੀ ਮੈਮ, ਤੁਸੀਂ ਇਸ ਅਕੈਡਮੀ ਬਾਰੇ ਕੀ ਕਹਿਣਾ ਚਾਹੋਗੇ ਕਿ ਤੁਸੀਂ ਇੱਥੇ ਕਦੋਂ ਤੋਂ ਇਸ ਅਕੈਡਮੀ ਦੇ ਵਿੱਚ ਆਏ ਹੋ? ਮੈਨੂੰ ਅਸਲ 'ਚ ਨਿਊਜ਼ਪੇਪਰ ਦੇ ਨਾਲ ਜੋ ਪੈਂਫਲੇਟ ਆਉਂਦੇ ਨੇ ਨਾ, ਮੈਂ ਉਹਨਾਂ ਦੇ ਉਹ ਪੈਂਫਲੇਟ ਤੋਂ ਪਤਾ ਲੱਗਿਆ ਸੀ ਮੈਨੂੰ ਵੀ ਇੱਥੇ ਦਰਾਹੇ ਵਿੱਚ ਮਿਊਜ਼ਿਕ ਅਕੈਡਮੀ ਖੁੱਲ੍ਹੀ ਹੈ। ਅਤੇ ਮਿਊਜ਼ਿਕ ਦੇ ਨਾਲ ਮੈਨੂੰ ਬਚਪਨ ਤੋਂ ਹੀ ਕਾਫੀ ਇੱਧਰ ਸੀਗਾ ਇੰਟਰਸਟ ਮੇਰਾ, ਪਰ ਮੌਕਾ ਮੈਨੂੰ ਇਸ ਉਮਰ 'ਚ ਆ ਕੇ ਮਿਲਿਆ ਕਿ ਮੈਂ ਇੱਥੋਂ ਕੁਝ ਸਿੱਖ ਸਕਾਂ। ਫਿਰ ਮੈਂ ਉਸ ਪੈਂਫਲੇਟ ਤੋਂ ਫ਼ੋਨ ਨੰਬਰ ਲਿਆ ਅਤੇ ਇਹਨਾਂ ਨਾਲ, ਜਿਨ੍ਹਾਂ ਨੂੰ ਅੱਜ ਮੈਂ ਪਾਪਾ ਕਹਿ ਰਹੀ ਹਾਂ, ਇਹਨਾਂ ਨੇ ਮੈਨੂੰ ਆਪਣੀ ਹੀ ਲੜਕੀ ਬਣਾਇਆ, ਅਤੇ ਇਹਨਾਂ ਨਾਲ ਮੈਂ ਫ਼ੋਨ 'ਤੇ ਗੱਲ ਕੀਤੀ ਅਤੇ ਵੀ ਇਸ ਤਰ੍ਹਾਂ ਕਰਕੇ ਮੈਂ ਸਿੱਖਣਾ ਚਾਹੁੰਦੀ ਹਾਂ। ਅਤੇ ਵੀ ਆਪਣੀ ਏਜ ਵੀ ਦੱਸੀ, ਮੇਰੀ 40 ਈਅਰਸ ਹੈ, ਅਤੇ ਇਹ ਕਹਿੰਦੇ ਅਸੀਂ ਤਾਂ ਵੀ 70 ਸਾਲ ਦੇ ਵੀ ਇੱਥੇ ਆ ਕੇ ਸਿੱਖ ਰਹੇ ਨੇ। ਅੱਜ ਵੀ ਮੈਨੂੰ ਉਹ ਗੱਲ ਯਾਦ ਹੈ। ਸਿੱਖਣ ਦੀ ਉਮਰ ਕੋਈ ਜੀ, ਕੋਈ ਉਮਰ ਨਹੀਂ, ਕਹਿੰਦੇ ਕੋਈ ਗੱਲ ਨਹੀਂ ਵੀ ਕਿਸੇ ਵੀ ਉਮਰ ਵਿੱਚ ਸਿੱਖ ਸਕਦਾ, ਕੋਈ ਵੀ ਆ ਸਕਦਾ। ਫਿਰ ਦੂਸਰੇ ਦਿਨ ਹੀ ਮੈਂ ਇਹਨਾਂ ਤੋਂ ਆਪਣਾ ਟਾਈਮ ਲੈ ਕੇ ਮੈਂ ਇੱਥੇ ਪਹੁੰਚੀ, ਬਸ ਉਸ ਤੋਂ ਬਾਅਦ ਫਿਰ ਸਟਾਰਟ ਹੋਇਆ ਮੇਰਾ। ਜੀ ਇਸ ਅਕੈਡਮੀ 'ਤੇ ਮਤਲਬ ਜਿੱਦਾਂ ਤੁਸੀਂ ਦੱਸਿਆ ਕਿ ਪੈਂਪਲੇਟ ਦੁਆਰਾ ਤੁਹਾਨੂੰ ਇਸ ਦੀ ਜਾਣਕਾਰੀ, ਪਰ ਲੇਕਿਨ ਇੱਥੇ ਤੁਸੀਂ ਕਦੋਂ ਆਏ ਹੋ ਮਤਲਬ ਇਸ ਅਕੈਡਮੀ ਦੇ ਵਿੱਚ? ਹਾਂਜੀ, 6-7 ਸਾਲ ਤਾਂ ਹੋ ਗਏ। ਜੀ ਮੈਮ, ਤੁਸੀਂ ਮਤਲਬ 6-7 ਸਾਲ ਇਸ ਅਕੈਡਮੀ ਦੇ ਵਿੱਚ ਹੋਏ, ਜਿਸ ਤਰ੍ਹਾਂ ਕਿ ਤੁਸੀਂ ਇੱਥੇ ਆ ਕੇ ਸੰਗੀਤ ਦੀ ਕਲਾ ਨੂੰ ਹਾਸਲ ਕੀਤਾ ਹੈ ਨਾ, ਤਾਂ ਮੈਮ ਹੁਣ ਤੱਕ ਤੁਸੀਂ ਕੀ ਸਿੱਖਿਆ, ਔਰ ਤੁਹਾਡੇ ਜੋ ਉਸਤਾਦ ਨੇ ਮਤਲਬ ਇੱਥੇ ਟੀਚਰ ਸਾਹਿਬਾਨ ਨੇ, ਉਹਨਾਂ ਨੇ ਤੁਹਾਨੂੰ ਹੁਣ ਤੱਕ ਕਿੰਨੀ ਕਲਾ ਜਿਹੜੀ ਤੁਸੀਂ ਮਤਲਬ ਕੀਤੀ ਹੈ, ਤੁਸੀਂ ਕਿੰਨੀ ਗ੍ਰਹਿਣ ਕੀਤੀ? ਦੇਖੋ ਜੀ, ਪਹਿਲਾਂ ਤਾਂ ਮੈਂ ਦੱਸਾਂ ਵੀ ਮੈਨੂੰ ਨਾ ਮੇਰੇ ਸਹੁਰਿਆਂ ਵੱਲ ਨਾ ਪੇਕਿਆਂ ਵੱਲ ਮੈਨੂੰ ਦੂਰ ਨੇੜੇ ਤੱਕ ਕੋਈ ਵੀ ਮਿਊਜ਼ਿਕ ਦੇ ਨਾਲ ਰਿਲੇਟਡ ਕੋਈ ਹੈ ਹੀ ਨਹੀਂ ਸੀ, ਕਿਸੇ ਨੂੰ ਸ਼ੌਕ ਹੀ ਨਹੀਂ ਸੀ, ਸਿਰਫ ਮੈਨੂੰ ਸੀਗਾ। ਔਰ ਜੋ ਮੈਂ ਇੱਥੇ ਆ ਕੇ ਹਾਸਲ ਕੀਤਾ, ਪਾਪਾ ਮੇਰੇ ਸਰਦਾਰ ਅਮਰਜੀਤ ਸਿੰਘ ਅਤੇ ਸਰਦਾਰ ਬਲਵੰਤ ਸਿੰਘ ਸਾਡੇ ਗੁਰੂ ਜੀ ਨੇ, ਇਹ ਬਹੁਤ ਵਧੀਆ ਇਹਨਾਂ ਨੇ ਜੋ ਮੈਨੂੰ ਸਿਖਾਇਆ। ਇੱਕ ਬੱਚੇ ਨੂੰ ਸਿਖਾਉਣਾ ਬਹੁਤ ਸੌਖਾ ਹੈ,
ਪਰ ਇਸ ਏਜ ਦੇ ਵਿੱਚ ਇੱਕ ਲੇਡੀ ਨੂੰ ਸਿਖਾਉਣਾ ਬਹੁਤ ਮੁਸ਼ਕਿਲ ਕੰਮ ਹੈ। ਇਹਨਾਂ ਨੇ ਤਾਂ ਇਸ ਤਰ੍ਹਾਂ ਜਿਵੇਂ ਇੱਕ ਮਾਂ ਆਪਣੇ ਬੱਚੇ ਦੇ ਮੂੰਹ 'ਚ ਬੁਰਕੀ ਪਾਉਂਦੀ ਹੈ ਨਾ, ਖਾਣਾ ਖਿਲਾਉਂਦੀ ਉਹਨਾਂ ਪਾਲਦੀ, ਇਸ ਤਰ੍ਹਾਂ ਸਾਨੂੰ ਇਹਨਾਂ ਨੇ ਸੰਗੀਤ ਦੀ ਵਿੱਦਿਆ ਦਿੱਤੀ ਹੈ। ਪਰ ਬਹੁਤ ਅੱਛੀ ਨੌਲੇਜ ਮਿਲੀ ਹੈ ਜਿਹੜਾ ਵੀ ਹੁੰਦਾ ਇੱਥੇ, ਔਰ ਫ੍ਰੀ ਜੀ ਫ੍ਰੀ ਇਹ ਸੇਵਾ ਕਰ ਰਹੇ ਨੇ। ਜਿੱਦਾਂ ਤੁਸੀਂ ਦੱਸਿਆ ਕਿ ਫ੍ਰੀ ਆਫ ਕੋਸਟਲੀ ਹੈ ਨਾ ਵੀ ਇੱਥੇ ਜਿਹੜੀ ਟ੍ਰੇਨਿੰਗ ਦਿੱਤੀ ਜਾਂਦੀ ਹੈ, ਸੋ ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈਗੀ, ਮਤਲਬ ਕਹਿਣਾ ਚਾਹੋਗੇ? ਹਾਂਜੀ, ਇੱਕ ਤਾਂ ਇਹ ਹੈ ਵੀ ਕਈ ਹੁਣ ਚਾਹੇ ਅਮੀਰ ਘਰਾਂ ਦੇ ਬੱਚੇ ਆ ਤਾਂ ਕਿਤੇ ਵੀ ਪੈਸਾ ਦੇ ਕੇ ਆਪਣਾ ਕੋਈ ਵੀ ਨੌਲੇਜ ਲੈ ਸਕਦੇ ਆਪਣੀ, ਪਰ ਇਹਨਾਂ ਨੇ ਇੱਕ ਪਹਿਲਾ ਕਦਮ ਦਰਾਹੇ ਦੇ ਆਲੇ ਦੁਆਲੇ ਸਾਰੇ ਏਰੀਆ ਦੇ ਵਿੱਚ ਦੂਰ ਦੂਰ ਤੱਕ ਸਭ ਤੋਂ ਪਹਿਲਾਂ ਇਹਨਾਂ ਨੇ ਇਹ ਕਦਮ ਚੁੱਕਿਆ ਕਿ ਬੱਚਿਆਂ ਨੂੰ ਫ੍ਰੀ ਆਫ ਕੋਸਟ ਅਤੇ ਮਿਊਜ਼ਿਕ ਦੀ ਸੇਵਾ ਦਿੱਤੀ ਹੈ ਜੋ ਇਹਨਾਂ ਨੇ। ਇਹਦੇ ਲਈ ਕੋਈ ਵੀ ਗਰੀਬ ਤੋਂ ਗਰੀਬ, ਜਿਵੇਂ ਕਈਆਂ 'ਚ ਟੈਲੈਂਟ ਇੰਨਾ ਹੁੰਦਾ, ਜ਼ਿਆਦਾਤਰ ਗਰੀਬ ਘਰਾਂ ਦੇ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਕਲਾ ਹੁੰਦੀ ਹੈ ਜੋ ਇਹ ਫਾਈਨੈਂਸ਼ਲੀ ਵੀਕ ਹੋਣ ਕਰਕੇ ਉਹ ਨਹੀਂ ਲੈ ਸਕਦੇ। ਇੱਥੇ ਹਰ ਇੱਕ ਨੂੰ ਮਤਲਬ ਮੌਕਾ, ਬਹੁਤ ਵਧੀਆ ਮੌਕਾ ਇਹਨਾਂ ਨੇ ਮਿਲਿਆ ਹੈਗਾ। ਅਤੇ ਬਾਕੀ ਇਹ ਜੋ ਸੰਗੀਤ ਦੀ ਵਿੱਦਿਆ ਦਿੰਦੇ ਨੇ ਉਹ ਤਾਂ ਫ੍ਰੀ ਆਫ ਕੋਸਟ ਦਿੰਦੇ ਹੀ ਨੇ, ਔਰ ਜੋ ਗਰੀਬ ਘਰਾਂ ਦੇ ਲੜਕੀਆਂ ਨੇ, ਬੱਚੇ ਨੇ, ਉਹਨਾਂ ਨੂੰ ਵੈਸੇ ਹੋਰ ਵੀ ਬਹੁਤ ਸਹੂਲਤਾਂ ਦਿੰਦੇ, ਉਹਨਾਂ ਨੂੰ ਪੜ੍ਹਾਈ ਦੀ ਵੀ ਸਹੂਲਤ ਦਿੰਦੇ ਨੇ, ਉਹਨਾਂ ਨੂੰ ਰਹਿਣ ਸਹਿਣ ਦੀ, ਆਪਣਾ ਪਰਸਨਲੀ ਵੀ ਕਿਸੇ ਨੂੰ ਵੀ ਲੋੜ ਹੋਵੇ ਤਾਂ ਬਹੁਤ ਤੋਂ ਲੈ ਕੇ ਦਰਾਹੇ ਦੇ ਵਿੱਚ ਅਸੀਂ ਜੋ ਸੰਤ ਬਾਬਾ ਨਰੈਣ ਸਿੰਘ ਸੰਗੀਤ ਅਕੈਡਮੀ ਦੇ ਵਿੱਚ ਆ ਕੇ ਜੋ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ, ਸੋ ਇਹਨਾਂ ਦੇ ਨਾਲ ਅਸੀਂ ਹਰ ਇੱਕ ਚੀਜ਼ ਤੋਂ ਜਾਣੂ ਹੋਏ ਕਿ ਕਿਸ ਤਰ੍ਹਾਂ ਸੰਗੀਤ ਅਕੈਡਮੀ ਜੋ ਚਲਾ ਰਹੇ ਨੇ, ਕਿਸ ਤਰ੍ਹਾਂ ਇਹ ਸੰਗੀਤ ਬੱਚਿਆਂ ਨੂੰ ਜਿਹੜੀ ਕਿ ਕਲਾ ਪ੍ਰਦਰਸ਼ਨ ਕਰ ਰਹੇ ਨੇ। ਸੋ ਬਹੁਤ ਅੱਛਾ ਲੱਗਿਆ। ਤੋਂ ਇਸੇ ਤਰ੍ਹਾਂ ਹੀ ਅਸੀਂ ਫਿਰ ਤੋਂ ਕਿਸੇ ਮਹਾਨ ਸ਼ਖਸੀਅਤਾਂ ਦੇ ਨਾਲ ਇਸ ਤਰ੍ਹਾਂ ਹੀ ਤੁਹਾਡੇ ਰੂਬਰੂ ਕਰਵਾਵਾਂਗੇ। ਜਦ ਤੱਕ ਲਈ ਮੈਨੂੰ ਇਜਾਜ਼ਤ ਦਿਓ। ਮੈਂ ਤੁਹਾਡਾ ਆਪਣਾ ਰਿਪੋਰਟਰ ਰਿੰਕੂ ਗਰਚਾ ਔਰ ਕੈਮਰਾਮੈਨ ਸਿਮਰਨ ਦੇ ਨਾਲ।